जी आए ਨੂੰ ਪਿਆਰੇ ਵਿਦਿਆਰਥੀਓ 11th ਕਲਾਸ ਦੀ ਇੰਗਲਿਸ਼ ਦੀ ਬੁੱਕ ਪੈਨੋਰਮਾ ਆਫ ਲਾਈਫ ਉਸ ਦਾ ਸੈਕਸ਼ਨ A ਦਾ ਲੈਸਨ ਨੰਬਰ 7 ਲੈਟਸ ਨਾਟ ਫੋਰਗੇਟ ਦੀ ਮਾਰਟਿਰਸ ਉਸ ਦਾ ਆਖਰੀ ਪਾਰਟ ਰੀਡਿੰਗ ਐਂਡ ਐਕਸਪਲੇਨੇਸ਼ਨ ਪਾਰਟ 5 ਅਸੀਂ ਕਰਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਕੈਪਟਨ ਵਿਕਰਮ ਬਤਰਾ ਦੀ ਗੱਲ ਕਰਾਂਗੇ। ਸੋ ਤੁਸੀਂ ਰੀਡਿੰਗ ਟਰਾਂਸਲੇਸ਼ਨ ਅਤੇ ਐਕਸਪਲੇਨੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਨਾਲੇ ਨੋਟਬੁੱਕ ਅਤੇ ਪੈਨ ਲੈ ਲਓ ਤਾਂ ਕਿ ਜਿਹੜੇ ਸ਼ਬਦ ਤੁਹਾਨੂੰ ਨਵੇਂ ਜਾਂ ਨਵੇਂ ਫਰੇਜ਼ਿਸ ਨਵੇਂ ਈਡੀਅਮਸ ਤੁਹਾਨੂੰ ਸੁਣਨ ਨੂੰ ਮਿਲਣ ਉਹਨਾਂ ਦੇ ਅਰਥ ਤੁਸੀਂ ਨਾਲ ਦੇ ਨਾਲ ਪੰਜਾਬੀ ਵਿੱਚ ਲਿਖ ਲੈਣੇ ਨੇ ਤੇ ਉਹਨਾਂ ਨੂੰ ਕੰਠ ਕਰ ਲੈਣਾ ਹੈ ਤਾਂ ਕਿ ਤੁਹਾਡੀ ਅੰਗਰੇਜ਼ੀ ਬੋਲੀ ਦੀ ਜੋ ਮੁਹਾਰਤ ਹੈ ਉਹ ਨਾਲ ਦੇ ਨਾਲ ਪੱਕੀ ਹੁੰਦੀ ਜਾਵੇ। ਜਿਹੜੇ ਬੱਚਿਆਂ ਕੋਲ 11ਵੀਂ ਦੇ ਵਿੱਚ ਮੈਥ ਹੈਗਾ ਉਹ ਮੈਥ 11th ਮੈਥ ਪਲੇ ਲਿਸਟ ਵੀ ਦੇਖ ਸਕਦੇ ਨੇ ਤੇ ਉਹਦੇ 'ਚ ਮੈਥ ਦੇ 3 ਚੈਪਟਰ ਜਿਹੜੇ ਵੀਡੀਓਜ਼ ਨੇ ਉਹਨਾਂ ਦੇ ਵੀਡੀਓ ਪਾਏ ਜਾ ਚੁੱਕੇ ਹਨ, ਉਹ ਦੇਖ ਸਕਦੇ ਹਨ। ਸੋ ਆਓ ਸ਼ੁਰੂ ਕਰੀਏ ਇਹ ਆਖਰੀ ਪਾਰਟ। कैप्टन विक्रम बत्रा PVC अर्थात परमवीर चक्र अर्थात परमवीर चक्र का प्राप्त करता कैप्टन विक्रम सिंह कैप्टन विक्रम बत्रा PVC 9 सितंबर 1974 यह जन्म तरीक हैगी है 9 सितंबर 1974 टू 7 जुलाई 1999 अर्थात 7 जुलाई 1999 ਨੂੰ ਉਹਦਾ देहांत ਹੁੰਦਾ है, वो शहीद ਹੁੰਦਾ है। ठीक है। सो कैप्टन विक्रम बत्रा वाज एन ऑफिसर ऑफ द इंडियन आर्मी का भारतीय फौज का एक अफसर सी। पॉस्थुमसली का मतलब होंदा है मरण तो बाद, मरण उपरंत एवार्डेड निवाजिया गया, इनाम दे नाल सन्मानित किया गया। केड़ा इनाम? विधि परमवीर चक्र है वाला PVC परमवीर चक्र दे नाल सन्मानित किया गया मरण उपरंत। ते परमवीर चक्र की है इंडिया हाईएस्ट एंड ਪ੍ਰੈਸਟੀਜੀਅਸ ਐਵਾर्ड ਇਹ ਭਾਰਤ ਦਾ ਸਭ ਤੋਂ ਉੱਚਾ ਐਂਡ ਪ੍ਰੈਸਟੀਜੀਅਸ ਅਰਥਾਤ ਸਤਿਕਾਰਿਤ ਮਹਾਨ ਐਵਾर्ड ਇਨਾਮ ਫॉर ਵੇਲਰ ਸ਼ਬਦ ਦਾ ਮਤਲਬ ਹੁੰਦਾ ਕਰੇਜ ਬਹਾਦਰੀ। ਸੋ ਵੇਲਰ ਦਾ ਮਤਲਬ ਵੀ ਬਹਾਦਰੀ ਹੁੰਦਾ, ਸੂਰਮਗਤੀ ਵੇਲਰ। ਫॉर ਹਿਜ਼ ਐਕਸ਼ਨਸ ਉਹਦੇ ਐਕਸ਼ਨਾਂ ਕਰਕੇ ਉਹਦੇ ਕੰਮਾਂ ਕਰਕੇ ਡਿਊਰਿੰਗ ਦੀ 1999 ਕਾਰਗਿਲ ਵਾਰ 1999 ਦੇ कारगिल वार कारगिल जंग के दौरान ਜਿਹੜੇ ਉਹਨੇ ਕੰਮ ਕੀਤੇ ਉਹਦੇ ਕਰਕੇ ਦਿੱਤਾ ਗਿਆ। ਤੇ ਵਾਰ ਕਿੱਥੇ ਹੋਈ ਸੀ? ਇਨ ਕਸ਼ਮੀਰ ਦੇ ਵਿੱਚ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਇੰਡੀਆ ਅਤੇ ਪਾਕਿਸਤਾਨ ਦਾ ਵਿਚਲਾ ਜੋ ਕਸ਼ਮੀਰ ਦੇ ਵਿੱਚ 1999 ਦਾ ਕਾਰਗਿਲ ਜੰਗ ਹੋਇਆ ਉਸ ਦੌਰਾਨ ਉਹਨੇ ਜਿਹੜੇ ਕਾਰਨਾਮੇ ਕੀਤੇ ਉਹਦੇ ਐਕਸ਼ਨਸ ਦੇ ਵਿੱਚ ਜਿਹੜੀ ਉਹਦੀ ਬਹਾਦਰੀ ਸੀ ਉਹਦੇ ਕਰਕੇ ਇਹ ਬੜਾ ਇਨਾਮ ਦਿੱਤਾ ਗਿਆ। ਠੀਕ ਹੈ। ਵਿਕਰਮ ਬਤਰਾ ਵਾਸ ਬੋਰਨ ਔਨ 9 ਸਤੰਬਰ 1974 9 ਸਤੰਬਰ 1974 ਨੂੰ ਉਹ ਜਨਮਿਆ ਸੀ ਇਨ ਘੱਗਰ ਵਿਲੇਜ। ਘੱਗਰ ਪਿੰਡ ਦਾ ਨਾਮ ਹੈ ਉਹਦਾ, ਕਿੱਥੇ? ਨੀਅਰ ਪਾਲਮਪੁਰ ਦੇ ਲਾਗੇ ਹਿਮਾਚਲ ਪ੍ਰਦੇਸ਼ ਦੇ ਵਿੱਚ। ਠੀਕ ਹੈ। ਹੀ ਵਾਸ ਸਿਲੈਕਟਡ ਮੈਨੇ ਉਹ ਚੁਣਿਆ ਗਿਆ ਟੂ ਜੁਆਇਨ ਕਰਨ ਲਈ ਕਿ ਦੀ ਇੰਡੀਅਨ ਮਿਲਟਰੀ ਅਕੈਡਮੀ। ਬੱਚੇ ਇੰਡੀਅਨ ਮਿਲਟਰੀ ਅਕੈਡਮੀ ਇੱਕ ਅਕੈਡਮੀ ਹੈਗੀ ਹੈ, ਇਹਦੇ ਵਿੱਚ ਬੱਚੇ ਜੁਆਇਨ ਕਰਦੇ ਨੇ ਗ੍ਰੈਜੂਏਸ਼ਨ ਤੋਂ ਬਾਅਦ। ਜਿਹੜੀ NDA ਹੁੰਦੀ ਹੈ, NDA ਅਸੀਂ +1 ਤੋਂ ਬਾਅਦ ਜਾਂ +2 ਤੋਂ ਬਾਅਦ ਜੁਆਇਨ ਕਰਦੇ ਹਾਂ ਪੇਪਰ ਦੇ ਕੇ, ਤੇ ਇੰਡੀਅਨ ਮਿਲਟਰੀ ਅਕੈਡਮੀ ਹੁੰਦੀ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਿਹੜੇ ਬੱਚੇ ਨੇ ਜੁਆਇਨ ਕਰਦੇ ਨੇ। ਸੋ ਟੂ ਜੁਆਇਨ ਦੀ ਇੰਡੀਅਨ ਮਿਲਟਰੀ ਅਕੈਡਮੀ ਇਨ ਦੇਹਰਾਦੂਨ ਇਨ 1996 ਇਨ ਜੈਸੋਰ ਕੰਪਨੀ ਆਫ ਮਾਨਕ ਸ਼ਾਹ ਬਟਾਲੀਅਨ। ਸੋ ਇਹ ਬੱਚੋ ਫੌਜ ਦੇ ਵਿੱਚ ਬਟਾਲੀਅਨਾਂ ਦੇ ਕੰਪਨੀਆਂ ਦੇ ਨਾਮ ਹੁੰਦੇ ਨੇ। ਸੋ ਮਾਨਕ ਸ਼ਾਹ ਬਟਾਲੀਅਨ ਦੀ ਜੋ ਕੰਪਨੀ ਸੀ ਜੈਸੋਰ ਨਾਮ ਦੀ ਕੰਪਨੀ ਟੁਕੜੀ ਉਹਦੇ ਵਿੱਚ ਉਹਨੇ ਜੁਆਇਨ ਕੀਤਾ। ਐਂਡ ਵਾਸ ਕਮਿਸ਼ਨਡ ਇਨ ਦੀ ਇੰਡੀਅਨ ਆਰਮੀ ਐਜ਼ ਅ ਲੈਫਟੀਨੈਂਟ ਤੇ ਬਤੌਰ ਲੈਫਟੀਨੈਂਟ ਉਹਨੂੰ ਇੰਡੀਅਨ ਆਰਮੀ ਦੇ ਵਿੱਚ ਕਮਿਸ਼ਨ ਮਿਲੀ। ਆਫ ਦੀ 13 ਜੰਮੂ ਐਂਡ ਕਸ਼ਮੀਰ ਰਾਈਫਲਸ ਇਹ ਜੰਮੂ ਕਸ਼ਮੀਰ ਰਾਈਫਲਸ ਹੈ ਕੀ ਹੈ? ਇੱਕ ਕਿਸਮ ਦਾ ਰੈਜੀਮੈਂਟ ਹੈਗਾ। 13 ਜੰਮੂ ਐਂਡ ਕਸ਼ਮੀਰ ਰਾਈਫਲ ਐਟ ਸੋਪੋਰ ਜਗ੍ਹਾ ਦਾ ਨਾਮ ਹੈ ਇਨ ਜੰਮੂ ਐਂਡ ਕਸ਼ਮੀਰ ਦੇ ਵਿੱਚ। ਅਰਥਾਤ ਜੰਮੂ ਕਸ਼ਮੀਰ ਦੇ ਵਿੱਚ ਜੋ ਸੋਪੋਰ ਜਗ੍ਹਾ ਹੈ ਉੱਥੇ 13 ਜੰਮੂ ਐਂਡ ਕਸ਼ਮੀਰ ਰਾਈਫਲਸ ਦੇ ਵਿੱਚ ਉਹ ਬਤੌਰ ਲੈਫਟੀਨੈਂਟ ਉਹਨੂੰ ਕਮਿਸ਼ਨ ਮਿਲੀ। ਫਿਰ ਕਹਿੰਦੇ ਹੀ ਰੋਜ਼ ਟੂ ਦੀ ਰੈਂਕ ਆਫ ਕੈਪਟਨ। ਰੋਜ਼ ਮੈਨੇ ਉਹਨੇ ਤਰੱਕੀ ਕੀਤੀ, ਰੈਂਕ ਮੈਨੇ ਅਹੁਦਾ, ਉਹਨੇ ਕਪਤਾਨ ਦੇ ਅਹੁਦੇ ਤੱਕ ਤਰੱਕੀ ਕੀਤੀ। ਔਨ 1 ਜੂਨ 1999 1 ਜੂਨ 1999 ਨੂੰ ਹਿਜ਼ ਯੂਨਿਟ ਉਹਦੀ ਜੋ ਯੂਨਿਟ ਸੀ ਇਕਾਈ ਜੋ ਟੁਕੜੀ ਸੀ ਪ੍ਰੋਸੀਡਡ ਮੈਨੇ ਉਸ ਵੱਲ ਗਈ ਕਿੱਥੇ? ਟੂ ਦੀ ਕਾਰਗਿਲ ਸੈਕਟਰ ਵੱਲ ਗਈ। ਔਨ ਦੀ ਇਰਪਸ਼ਨ ਹੁੰਦਾ ਬੱਚੋ ਕਿਸੇ ਚੀਜ਼ ਦਾ ਅਚਾਨਕ ਫੁੱਟ ਪੈਣਾ, ਇੱਥੇ ਮਤਲਬ ਕਿ ਅਚਾਨਕ ਛਿੜ ਜਾਣਾ। ਕਿਹਦਾ? ਆਫ ਆ ਵਾਰ ਲਾਈਕ ਸਿਚੁਏਸ਼ਨ। ਵਾਰ ਲਾਈਕ ਮੈਨੇ ਜੰਗ ਵਰਗੀ, ਸਿਚੁਏਸ਼ਨ ਮੈਨੇ ਹਾਲਾਤ ਇਨ ਕਾਰਗਿਲ ਦੇ ਵਿੱਚ ਜੰਗ ਵਰਗੀ ਇੱਕ ਹਾਲਾਤ ਪੈਦਾ ਹੋ ਜਾਣ ਕਰਕੇ ਪ੍ਰਗਟ ਹੋ ਜਾਣ ਕਰਕੇ ਫੁੱਟ ਪੈਣ ਕਰਕੇ
ਉਹ ਕਾਰਗਿਲ ਸੈਕਟਰ ਵੱਲ ਉਹ ਕੰਪਨੀ ਉਹਦੀ ਗਈ ਤੇ ਕਾਰਗਿਲ ਇਹ ਤਿੰਨ ਜਗ੍ਹਾ ਤੇ ਕਾਰਗਿਲ 'ਚ ਹੋਈ, ਡਰਾਸ ਐਂਡ ਬੈਟਾਲਿਕ ਸਬ ਸੈਕਟਰਸ, ਇਹਨਾਂ ਇਲਾਕਿਆਂ ਵਿੱਚ ਇੱਕ ਵਾਰਲਾਈਕ ਸਿਚੁਏਸ਼ਨ ਹੋ ਗਈ। ਹੀ ਵਾਜ਼ ਸੈਂਟ ਅਲੋਂਗ ਵਿਦ ਹਿਸ ਕੰਪਨੀ, ਉਹਨੂੰ ਆਪਣੀ ਟੁਕੜੀ ਜਿਹੜੀ ਕੰਪਨੀ ਸੀ ਫੌਜੀਆਂ ਦਾ ਜਿਹੜਾ ਉਹਦਾ ਸਾਥੀ ਸੀਗੇ ਉਹਨਾਂ ਦੇ ਨਾਲ ਉਹਨੂੰ ਭੇਜਿਆ ਗਿਆ। ਔਨ ਦੀ ਫਸਟ, ਪਹਿਲੀ ਸਟ੍ਰੈਟੇਜਿਕ ਹੁੰਦੀ ਹੈ ਬੱਚਿਓ ਜਿਹ 'ਚ ਬੜੀ ਕੋਈ ਕਲਾ ਹੋਵੇ, ਮਤਲਬ ਜਿਸ ਹਾਲਾਤ 'ਚ ਕੋਈ ਕਲਾ ਵਰਤਣੀ ਹੋਵੇ, ਕੋਈ ਹੁਨਰਮੰਦ ਵਰਤਣੀ ਹੋਵੇ, ਕੋਈ ਚੁਸਤੀ, ਕੋਈ ਗਿਆਨ, ਤੇ ਜਿਹਦੇ ਵਿੱਚ ਬੜੀ ਕਲਾ ਵਰਤਣੀ ਹੋਵੇ ਉਹਨੂੰ ਕਹਿੰਦੇ ਆ ਆਪਾਂ ਮਹੱਤਵਪੂਰਨ, ਅਰਥਾਤ ਬੜਾ ਇੰਪੋਰਟੈਂਟ। ਠੀਕ ਹੈ। ਫਸਟ ਸਟ੍ਰੈਟੇਜਿਕ ਐਂਡ ਡੇਅਰਿੰਗ ਮੈਨੇ ਚੈਲੰਜਿੰਗ, ਚੁਣੌਤੀ ਭਰਿਆ, ਵੰਗਾਰ ਭਰਿਆ ਆਪਰੇਸ਼ਨ। ਟੂ ਰੀਕੈਪਚਰ ਹੁੰਦਾ ਹੈ ਕਬਜ਼ਾ ਕਰਨਾ, ਲੈਣਾ। ਰੀਕੈਪਚਰ ਦਾ ਮਤਲਬ ਹੈ ਮੁੜ ਹਥਿਆਣਾ, ਅਰਥਾਤ ਮਤਲਬ ਜਿਹੜੇ ਦੁਸ਼ਮਣ ਸੀ ਉਹਨਾਂ ਨੇ ਕੈਪਚਰ ਕਰ ਲਿਆ ਸੀ ਤੇ ਰੀਕੈਪਚਰ ਮਤਲਬ ਕਿ ਉਹਨਾਂ ਕੋਲੋਂ ਕਬਜ਼ਾ ਛੁਡਾਉਣਾ ਤੇ ਆਪਣੇ ਕਬਜ਼ੇ 'ਚ ਲੈਣਾ, ਉਹਨੂੰ ਕਹਿੰਦੇ ਰੀਕੈਪਚਰ ਦਾ ਮਤਲਬ ਹੈ ਜਿਹੜੀ ਚੀਜ਼ ਤੁਹਾਡੀ ਸੀ ਉਹਨੂੰ ਮੁੜ ਕੇ ਜਿਹਨੇ ਖੋਹ ਲਈ ਹੈ ਉਹਦੇ ਕੋਲ ਲੈ ਲੈਣੀ, ਅਰਥਾਤ ਪਾਕਿਸਤਾਨੀਆਂ ਨੇ ਉਹ ਖੋਹ ਲਈ ਸੀ। ਸੋ ਕੀ ਖੋਲਿਆ ਸੀ? ਟੂ ਰੀਕੈਪਚਰ ਦੀ ਫਸਟ ਪੀਕ, ਪਹਿਲਾ ਸ਼ਿਖਰ, ਚੋਟੀ, ਆਫ ਅਟਮੋਸਟ ਇੰਪੋਰਟੈਂਸ, ਜੋ ਬੜੀ ਹੀ ਮਹੱਤਤਾ ਵਾਲੀ ਚੋਟੀ ਸੀ ਉਹਨੂੰ ਮੁੜ ਹਥਿਆਣਾ ਸੀ, ਮੁੜ ਪ੍ਰਾਪਤ ਕਰਨਾ ਸੀ। ਉਹ ਚੋਟੀ ਦਾ ਨਾਮ ਸੀ ਪੁਆਇੰਟ 5140। ਪਹਾੜ ਦੀਆਂ ਜਿਹੜੀਆਂ ਕਾਰਗਿਲ ਇੱਥੇ ਜਗ੍ਹਾ ਹੈ ਉੱਥੇ ਪਹਾੜੀਆਂ ਨੇ ਤੇ ਚੋਟੀਆਂ ਦੇ ਨਾਂ ਦਿੱਤੇ ਹੋਏ ਨੇ। ਸੋ ਇੱਕ ਪੁਆਇੰਟ ਦਾ ਨਾਮ, ਇੱਕ ਚੋਟੀ ਦਾ ਨਾਮ ਸੀ ਪੁਆਇੰਟ 5140, ਇਹ ਤੇ ਪਾਕਿਸਤਾਨੀਆਂ ਨੇ ਕਬਜ਼ਾ ਕਰ ਲਿਆ ਸੀਗਾ। ਤੇ ਰੀਕੈਪਚਰ ਦਾ ਮਤਲਬ ਕਿ ਉਹਨਾਂ ਦੇ ਕਬਜ਼ੇ 'ਚ ਛੁਡਾ ਕੇ ਵਾਪਸ ਆਪਣੇ ਕਬਜ਼ੇ 'ਚ ਲੈਣਾ। ਠੀਕ ਹੈ। ਪੁਆਇੰਟ 510 ਵਿਚ ਵਾਜ਼ ਐਟ ਐਨ ਆਲਟੀਚਿਊਡ ਦਾ ਮਤਲਬ ਹੈ ਉਚਾਈ, of 17,000 feet, ਜੋ ਕਿ 17,000 ਫੁੱਟ ਦੀ ਉਚਾਈ ਤੇ ਹੈ, ਇਹ ਵਾਲੀ ਪੁਆਇੰਟ। ਫਿਰ ਕਹਿੰਦੇ ਕੈਪਟਨ ਵਿਕਰਮ ਬਤਰਾ ਵਾਜ਼ ਗਿਵਨ ਦਾ ਟਾਸਕ ਮੈਨੇ ਉਹਨੂੰ ਇਹ ਕੰਮ ਦਿੱਤਾ ਗਿਆ, ਉਹਨੂੰ ਜ਼ਿੰਮੇਵਾਰੀ ਦਿੱਤੀ ਗਈ, ਆਫ ਰੀਕੈਪਚਰਿੰਗ ਮੈਨੇ ਮੁੜ ਹਥਿਆਉਣ ਦੀ। ਪੁਆਇੰਟ 510 ਜਿਹੜਾ ਪੁਆਇੰਟ ਸੀਗਾ, ਚੋਟੀ ਸੀਗੀ, ਉਹਨੂੰ ਮੁੜ ਹਥਿਆਉਣ ਦੀ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ। ਨਿਕਨੇਮਡ ਸ਼ੇਰ ਸ਼ਾਹ, ਅਰਥਾਤ ਉਹਦਾ ਨਾਂ ਜਿਹੜਾ ਪਿਆ ਹੋਇਆ ਸੀ, ਨਿਕਨੇਮ ਮੈਨੇ ਉਹਦਾ ਕੱਚਾ ਨਾਂ ਪਿਆ ਹੋਇਆ ਸੀਗਾ। ਇੱਕ ਤੇ ਹੁੰਦਾ ਨਾ ਪੱਕਾ ਨਾਂ ਜਿਹੜਾ ਅਸੀਂ ਸਰਟੀਫਿਕੇਟਾਂ 'ਤੇ ਲਿਖਦੇ, ਇੱਕ ਬੰਦੇ ਦੋਸਤ ਮਿੱਤਰ ਨਾਂ ਪਾ ਦਿੰਦੇ ਨੇ ਕਿਸੇ ਖੂਬੀ ਕਰਕੇ, ਤੇ ਜੇ ਉਹ ਔਗਣ ਹੋਵੇ ਉਹਨੂੰ ਛੇੜ ਵੀ ਕਹਿ ਦਿੰਦੇ ਆ, ਤੇ ਜੇ ਕੋਈ ਹੋਵੇ ਜਿੱਦਾਂ ਅਸੀਂ ਦਾਰਾ ਸਿੰਘ ਨੂੰ ਇਹਨੇ ਰੁਸਤਮ ਹਿੰਦ ਕਹਿ ਦਿੰਦੇ ਆ ਆਪਾਂ, ਜਾਂ ਜਿੱਦਾਂ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਹਿ ਦਿੰਦੇ ਆ, ਫਲਾਈਂਗ ਸਿੱਖ ਉਹਦਾ ਨਿਕਨੇਮ ਹੈ। ਸੋ ਇਸ ਤਰ੍ਹਾਂ ਉਹਦਾ ਨਾਂ ਸੀਗਾ, ਕੈਪਟਨ ਬਤਰਾ ਦਾ ਨਾਂ ਪਾਇਆ ਸੀ ਨਿਕਨੇਮ ਸ਼ੇਰ ਸ਼ਾਹ। ਇਹ ਸ਼ੇਰ ਸ਼ਾਹ ਹੈ ਵੀ ਸੂਰਮਾ ਹੈਗਾ, ਸ਼ੇਰ ਹੈਗਾ, ਲਾਇਨ ਕਿੰਗ। ਠੀਕ ਹੈ। ਫॉर ਹਿਸ ਕਰੇਜ, ਕਿਹਦੇ ਕਰਕੇ? ਉਹਦੀ ਬਹਾਦਰੀ ਕਰਕੇ ਉਹਦਾ ਨਾਂ ਸ਼ੇਰ ਸ਼ਾਹ ਪਿਆ ਹੋਇਆ ਸੀ। ਹੀ ਡਿਸਾਈਡਡ, ਉਹਨੇ ਫੈਸਲਾ ਕੀਤਾ, ਟੂ ਲੀਡ ਦਾ ਰੀਅਰ ਹੁੰਦਾ ਪਿਛਲਾ ਪਾਸਾ, ਲੀਡ ਮੈਨੇ ਅਗਵਾਈ ਦੇਣੀ। ਉਹਨੇ ਸੋਚਿਆ, ਉਹਨੇ ਇਹ ਫੈਸਲਾ ਕੀਤਾ ਕਿ ਮੈਂ ਪਿੱਛੋਂ ਦੀ ਅਗਵਾਈ ਦੇਵਾਂਗਾ। ਇੱਕ ਤਾਂ ਹੁੰਦਾ ਨਾ ਜਿਹੜੇ ਕਮਾਂਡਰ ਹੁੰਦੇ ਨੇ ਉਹ ਫੌਜ ਦੀ ਟੁਕੜੀ ਦੇ ਅੱਗੇ ਹੁੰਦੇ ਨੇ, ਪਰ ਇਹਨੇ ਫੈਸਲਾ ਕੀਤਾ ਕਿ ਮੈਂ ਪਿੱਛੇ ਰਹਿ ਕੇ ਅਗਵਾਈ ਦੇਵਾਂਗਾ। ਕਿਉਂ? ਐਜ਼ ਐਨ ਐਲੀਮੈਂਟ ਆਫ ਸਰਪ੍ਰਾਈਜ਼, ਅਰਥਾਤ ਉਸ ਆਪਰੇਸ਼ਨ ਦੇ ਵਿੱਚ ਆਪਣਾ ਇੱਕ ਹੈਰਾਨੀ ਦਾ ਅੰਸ਼ ਪਾਉਣ ਵਾਸਤੇ, ਇੱਕ ਹੈਰਾਨੀ ਦਾ ਤੱਤ ਪਾਉਣ ਵਾਸਤੇ। ਵੁੱਡ ਹੈਲਪ ਸਟੂਪੀਫਾਈ ਹੁੰਦਾ ਬੱਚਿਓ ਕਿਸੇ ਨੂੰ ਮਤਲਬ ਕਿ ਸ਼ੌਕ ਦੇ ਦੇਣਾ, ਕਿਸੇ ਨੂੰ ਇੰਨਾ ਹੈਰਾਨ ਕਰ ਦੇਣਾ ਕਿ ਬੰਦਾ ਆਪਣੀ ਸੁੱਧ ਬੁੱਧ ਗਵਾ ਬੈਠੇ ਵੀ ਉਹ ਇਹ ਕੀ ਹੋ ਗਿਆ। ਸਟੂਪੀਫਾਈ ਦੀ ਐਨੀਮੀ ਮੈਨੇ, ਅਰਥਾਤ ਐਨੀਮੀ ਨੂੰ, ਦੁਸ਼ਮਣ ਨੂੰ ਚੌਂਕਾ ਦੇਣ ਵਾਸਤੇ, ਤਾਂ ਕਿ ਉਹਨਾਂ ਦੀ ਸੁੱਧ ਬੁੱਧ ਭੁੱਲ ਜਾਏ ਵੀ ਇਹ ਹੋ ਕੀ ਗਿਆ ਅਚਾਨਕ, ਉਹਨੂੰ ਮਤਲਬ ਕਿ ਇੱਕ ਹੈਰਾਨ ਕਰਨ ਵਾਸਤੇ। ਸਟੂਪੀਫਾਈ ਹੁੰਦਾ ਹੈ ਬੰਦਾ ਇੱਦਾਂ ਹੈਰਾਨ ਕਰ ਦੇਣਾ, ਇੱਦਾਂ ਦੀ ਹਾਲਤ ਵਿੱਚ ਪਾ ਦੇਣਾ ਕਿ ਬੰਦੇ ਨੂੰ ਪਤਾ ਨਹੀਂ ਲੱਗੇ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ, ਉਹ ਸੋਚਣ ਤੋਂ ਅਸਮਰਥ ਹੋ ਜਾਏ ਥੋੜ੍ਹੀ ਦੇਰ ਲਈ, ਉਹਨੂੰ ਕਹਿੰਦੇ ਨੇ ਸਟੂਪੀਫਾਈ। ਠੀਕ ਹੈ। ਸੋ ਉਹਨੇ ਇਹ ਜਿਹੜੀ ਅਗਵਾਈ ਦਿੱਤੀ, ਇਹ ਅਗਵਾਈ ਦੇਣ ਦਾ ਫੈਸਲਾ ਕੀਤਾ ਪਿੱਛੋਂ ਦੀ। ਰੀਅਰ ਹੁੰਦਾ ਪਿਛਲਾ ਪਾਸਾ, ਅਰਥਾਤ ਜਿਹੜੀ ਟੁਕੜੀ ਦਾ ਪਿਛਲੇ ਫੌਜੀ ਨੇ, ਪਿਛਲੀ ਸਾਈਡ ਹੈ, ਉਹਨੂੰ ਰੀਅਰ ਕਹਿੰਦੇ ਨੇ, ਵੀ ਉੱਥੋਂ ਦੀ ਅਗਵਾਈ ਦੇਣ ਦਾ ਫੈਸਲਾ ਕੀਤਾ ਤਾਂ ਕਿ ਉਹਨੂੰ ਜਿਹੜਾ ਦੁਸ਼ਮਣ ਨੇ ਉਹਨੂੰ ਹੈਰਾਨ ਕਰ ਸਕੇ, ਉਹਨੂੰ ਅਚਨਚੇਤ ਮਤਲਬ ਕਿ ਨਾ ਇੱਕ ਸ਼ੌਕ ਦੇ ਸਕੇ। ਠੀਕ ਹੈ। ਤਾਂ ਕਿ ਉਹ ਜਿਹੜੇ ਥੋੜੇ ਸਕਿੰਟਾਂ ਲਈ ਉਹਨਾਂ ਨੂੰ ਕੁਝ ਪਤਾ ਨਹੀਂ ਲੱਗੇ ਵੀ ਕੀ ਕਰਨਾ ਹੈ, ਉਸ ਲਈ ਤੁਹਾਨੂੰ ਐਡਵਾਂਟੇਜ ਮਿਲ ਜਾਏਗੀ ਹਮਲਾ ਕਰਨ ਦੀ। ਕਹਿੰਦੇ ਹੀ ਐਂਡ ਹਿਜ਼ ਮੈਨ, ਉਹ ਅਤੇ ਉਹਦੀ ਆਦਮੀ ਨੇ, ਅਸੈਂਡ ਹੁੰਦਾ ਉੱਪਰ ਚੜ੍ਹਨਾ, ਡਿਸੈਂਡ ਹੁੰਦਾ ਥੱਲੇ ਉਤਰਨਾ, ਅਸੈਂਡ ਹੁੰਦਾ ਉੱਪਰ ਚੜ੍ਹਨਾ। ਅਸੈਂਡਡ ਮੈਨੇ ਚੜ੍ਹਿਆ। ਦੀ ਸ਼ੇਅਰ ਦੇ ਬੜੇ ਮਤਲਬ ਹੁੰਦੇ ਨੇ, ਪਰ ਇੱਥੇ ਸ਼ੇਅਰ ਦਾ ਮਤਲਬ ਹੁੰਦਾ ਹੈ ਖੜਵੀਂ ਢਾਲ। ਜਿੱਦਾਂ ਇੱਕ ਤਾਂ ਹੁੰਦੀ ਹੈ ਨਾ, ਅਸੀਂ ਪੁਲਾਂ ਤੇ ਚੜ੍ਹਦੇ ਹਾਂ
फ्लाईओवर से चढ़ते हैं वो ढाल बहुत ज़्यादा उच्ची नहीं होती, पर पहाड़ियाँ कई बड़ी सीधियाँ होंगी, खड़वी ढाल, ਤਾਂ ਅਸੀਂ ਕਹਿੰਦੇ ਸ਼ੀਅਰ, ਜਿਹਨੂੰ ਅਸੀਂ ਕਹਿੰਦੇ ਸਟੀਪ, ਬੜੀ ਖੜਵੀ ਢਾਲ। ਰੌਕ ਮੈਨੇ ਪਹਾੜੀ ਤੇ ਕਲਿਫ ਮੈਨੇ ਪਹਾੜੀ ਦਾ ਪਾਸਾ। ਕਹਿੰਦੇ ਉਹਨਾਂ ਨੇ ਜਿਹੜਾ ਪਹਾੜੀ ਦਾ ਪਾਸਾ ਜਿਹੜਾ ਬੜਾ ਖੜਵਾਂ ਢਾਲ ਵਾਲਾ ਸੀਗਾ ਉਹ ਚੜਿਆ ਉਹਦੇ ਤੇ ਉਹਦੇ ਆਦਮੀਆਂ ਨੇ, ਪਰ ਐਜ਼ ਦੀ ਗਰੁੱਪ ਨੀਅਰ ਦਾ ਟੌਪ ਮੈਨੇ ਜਦੋਂ ਉਹ ਸ਼ਿਖਰ ਦੇ ਲਾਗੇ ਪਹੁੰਚੇ, ਉਹਦਾ ਜਿਹੜਾ ਗਰੁੱਪ ਸੀਗਾ ਜਿਵੇਂ ਉਹ ਪਹਾੜੀ ਦੇ ਸ਼ਿਖਰ ਦੇ ਲਾਗੇ ਪਹੁੰਚੇ, ਦੀ ਐਨੀਮੀ ਪਿੰਡ ਦੈਮ ਡਾਊਨ, ਪਿੰਡ ਦੈਮ ਔਨ ਦੀ ਫੇਸ ਆਫ ਦੀ ਬੇਅਰ ਕਲਿਫ। ਬੇਅਰ ਮੈਨੇ ਨੰਗਾ, ਕਲਿਫ ਮੈਨੇ ਪਹਾੜੀ ਦਾ ਪਾਸਾ, ਪਹਾੜੀ ਦਾ ਚਿਹਰਾ, ਪਹਾੜੀ ਦੀ ਸਾਈਡ। ਬੇਅਰ ਕਿਉਂ ਕਿਹਾ ਗਿਆ? ਨੰਗਾ ਮੈਨੇ ਸਿੱਧਾ ਪੱਧਰਾ ਪੱਥਰ, ਅਰਥਾਤ ਉੱਤੇ ਕੋਈ ਰੁੱਖ ਨਹੀਂ ਸੀ, ਬੂਟੇ ਨਹੀਂ ਸੀ, ਕੋਈ ਪੈਰ ਫਸਾਉਣ ਦੀ ਕੋਈ ਜਗ੍ਹਾ ਨਹੀਂ ਸੀ, ਸਿੱਧਾ ਪੱਧਰਾ ਸੀਗਾ ਜਿਹੜਾ ਬੜਾ ਔਖਾ ਸੀਗਾ ਚੜ੍ਹਨਾ। ਸੋ ਕਹਿੰਦੇ ਪਿੰਡ ਦੈਮ ਔਨ ਦੀ ਫੇਸ ਆਫ ਦੀ ਬੇਅਰ ਕਲਿਫ, ਉਹ ਜਿਹੜਾ ਪਹਾੜੀ ਦਾ ਪਾਸਾ ਸੀ ਨੰਗਾ ਸੀ, ਉਹ 'ਤੇ ਉਹਨਾਂ ਨੂੰ ਮਤਲਬ ਕਿ ਧੱਕ ਦਿੱਤਾ, ਅਰਥਾਤ ਗੋਲੀਆਂ ਮਾਰੀਆਂ ਤੇ ਉਹਨਾਂ ਨੂੰ ਇੱਕ ਕਿਸਮ ਦਾ ਟਰੈਪ ਕਰਤਾ, ਫਸਾਤਾ, ਮਜਬੂਰ ਕਰਤਾ। ਪਿੰਨ ਹੁੰਦਾ ਮਤਲਬ ਕਿ ਤੁਸੀਂ ਦੂਜੇ ਬੰਦੇ ਨੂੰ ਕਿਸੇ ਮੁਸ਼ਕਿਲ ਵਿੱਚ ਪਾ ਦੇਣਾ, ਉਹਨੂੰ ਕਹਿੰਦੇ ਪਿੰਨ ਡਾਊਨ, ਮਜਬੂਰ ਕਰ ਦੇਣਾ। ਵਿਦ ਕਿੱਦਾਂ ਕੀਤਾ? ਮਸ਼ੀਨ ਗਨ ਫਾਇਰ, ਉੱਤੋਂ ਦੀ ਮਸ਼ੀਨ ਗਨ ਦੇ ਨਾਲ ਗੋਲੀਆਂ ਚਲਾ ਕੇ ਉਹਨਾਂ ਨੂੰ ਪਿੰਨ ਡਾਊਨ ਕਰ ਦਿੱਤਾ। ਕੈਪਟਨ ਬਤਰਾ ਅਲੋਂਗ ਵਿਦ 5 ਆਫ ਹਿਸ ਮੈਨ, ਕੈਪਟਨ ਬਤਰਾ ਜਿਹੜੇ ਸੀਗੇ ਆਪਣੇ 5 ਆਦਮੀਆਂ ਦੇ ਨਾਲ ਕਲਾਈਮਡ ਅਪ, ਉਹ ਫਿਰ ਵੀ ਉੱਪਰ ਚੜਿਆ, ਰਿਗਾਰਡਲੈਸ ਆਫ ਦਾ ਮਤਲਬ ਹੁੰਦਾ ਬਾਵਜੂਦ ਇਸ ਦੇ ਵੀ ਉੱਤੇ ਗੋਲੀਆਂ ਵੀ ਪੈ ਰਹੀਆਂ, ਪਰ ਗੋਲੀਆਂ ਵਰਦੀਆਂ ਦੇ ਉਹਦੇ ਬਾਵਜੂਦ, ਆਫ ਦੀ ਹੈਵੀ ਫਾਇਰਿੰਗ ਮੈਨੇ ਜ਼ਬਰਦਸਤ ਗੋਲੀਆਂ ਵਰਦੀਆਂ ਦੇ ਬਾਵਜੂਦ, ਰਿਗਾਰਡਲੈਸ ਆਫ ਬਾਵਜੂਦ, ਹੈਵੀ ਫਾਇਰਿੰਗ ਵਰਦੀਆਂ ਗੋਲੀਆਂ ਦੇ ਵਿੱਚ, ਐਂਡ ਆਫਟਰ ਰੀਚਿੰਗ ਦਾ ਟੌਪ। ਤੇ ਪਹਿਲੇ ਉਹ ਕਲਾਈਮਡ ਅਪ ਮੈਨੇ ਚੜ੍ਹਦਾ ਰਿਹਾ, ਗੋਲੀਆਂ ਵਰਦੇ ਦੇ ਵਿੱਚ ਵਾਰ ਵੀ ਚੜ੍ਹਦਾ ਰਿਹਾ ਆਪਣੇ ਗਰੁੱਪ ਦੇ ਨਾਲ, ਐਂਡ ਆਫਟਰ ਰੀਚਿੰਗ ਦੀ ਟੌਪ, ਤੇ ਸ਼ਿਖਰ ਤੇ ਪਹੁੰਚਣ ਤੇ ਮਗਰੋਂ ਹਰਲਡ ਮੈਨੇ ਹੁੰਦਾ ਜ਼ੋਰ ਦੀ ਸੁੱਟਣਾ, ਹਰਲਡ ਮੈਨੇ ਜ਼ੋਰ ਦੀ ਸੁੱਟੇ, ਕੀ ਸੁੱਟੇ? 2 ਗ੍ਰੇਨੇਡਸ, 2 ਗ੍ਰੇਨੇਡ ਮੈਨੇ ਹੱਥ ਗੋਲੇ, ਹੱਥ ਵਿੱਚ ਗੋਲੇ ਪਾ ਕੇ ਉਹਨੇ ਸੁੱਟੇ ਜ਼ੋਰ ਦੀ। ਐਟ ਦੀ ਮਸ਼ੀਨ ਗਨ ਪੋਸਟ, ਜਿਹੜੀ ਪੋਸਟ ਤੋਂ, ਜਿਹੜੀ ਚੌਂਕੀ ਤੋਂ ਮਸ਼ੀਨ ਗਨ ਨਾਲ ਗੋਲੀਆਂ ਚਲਾਈਆਂ ਜਾ ਰਹੀ ਸੀ ਉੱਥੇ ਸੁੱਟੇ। ਹੀ ਸਿੰਗਲ ਹੈਂਡਡ ਦਾ ਮਤਲਬ ਹੁੰਦਾ ਇਕੱਲੇ ਬਿਨਾਂ ਕਿਸੇ ਦੀ ਮਦਦ ਦੇ, ਆਪਣੇ ਤੌਰ ਤੇ, ਸਿੰਗਲ ਹੈਂਡਡਲੀ ਕਿਲਡ 3 ਐਨੀਮੀ ਸੋਲਜਰਸ, ਉਹਨੇ 3 ਦੁਸ਼ਮਣ ਦੇ ਫੌਜੀਆਂ ਨੂੰ ਮਾਰਤਾ। ਇਨ ਕਲੋਜ਼ ਕੰਬਾਟ ਹੁੰਦੀ ਬੈਟਲ, ਕਲੋਜ਼ ਮੈਨੇ ਆਮੋ ਸਾਹਮਣੇ, ਬਿਲਕੁਲ ਨੇੜੇ, ਜਿੱਥੇ ਬੰਦੇ ਦੁਸ਼ਮਣ ਇੱਕ ਦੂਜੇ ਨੂੰ ਨਜ਼ਰ ਆ ਰਹੇ ਨੇ। ਜਿੱਦਾਂ ਇੱਕ ਹੁੰਦਾ ਦੂਰੋਂ ਦੀ ਲੜਨਾ, ਦੂਰੋਂ ਦੀ ਗੋਲੀ ਮਾਰਨੀ, ਦੂਰੋਂ ਦੀ ਬੰਬ ਸਿੱਟਣੇ, ਤੇ ਕਲੋਜ਼ ਕੰਬਾਟ ਹੁੰਦਾ ਜਦੋਂ ਇੱਕੋ ਦਮ ਆਮਣੇ ਸਾਹਮਣੇ ਕੁਝ ਫੁੱਟ ਦੀ ਦੂਰੀ ਤੇ। ਸੋ ਹੀ ਕਿਲਡ 3 ਐਨੀਮੀ ਸੋਲਜਰਸ ਇਨ ਕਲੋਜ਼ ਕੰਬਾਟ। ਹੀ ਵਾਜ਼ ਸੀਰੀਅਸਲੀ ਇੰਜਰਡ, ਉਹ ਬੜੀ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ਡਿਊਰਿੰਗ ਦਿਸ, ਇਸ ਸਾਰੇ ਕਾਰਵਾਈ ਦੇ ਵਿੱਚ। ਬਟ ਇੰਸਿਸਟਿਡ ਔਨ, ਪਰ ਉਹਨੇ ਇੰਸਿਸਟਿਡ ਔਨ ਲੱਗਾ ਰਿਹਾ, ਅੜਿਆ ਰਿਹਾ, ਔਨ ਰੀਗਰੁਪਿੰਗ ਹਿਸ ਮੈਨ, ਆਪਣੇ ਬੰਦਿਆਂ ਨੂੰ ਮੁੜ ਕੇ ਜਥੇਬੰਦ ਕਰਨ ਵਿੱਚ, ਟੂ ਕੰਟੀਨਿਊ ਵਿਦ ਦੀ ਮਿਸ਼ਨ ਜਿਹੜੀ ਸੀਗੀ, ਜਿਹੜੀ ਉਹਦੀ ਮੰਜ਼ਿਲ ਉਹਨੇ ਸਰ ਕਰਨੀ ਸੀ, ਜਿਹੜਾ ਨਿਸ਼ਾਨਾ ਮਿੱਥਿਆ ਸੀਗਾ, ਤਾਂ ਕਿ ਉਹਨੂੰ ਸਰ ਕਰਨ ਵਾਲੇ ਪਾਸੇ ਆਪਣੇ ਕੰਮ ਵਿੱਚ ਜਾਰੀ ਰਹਿਣ ਵਾਸਤੇ। ਇੰਸਪਾਇਰਡ ਮੈਨੇ ਪ੍ਰੇਰਿਤ ਹੋ ਕੇ, ਬਾਈ ਦੀ ਕਰੇਜ, ਉਹਦੀ ਜਿਹੜੀ ਬਹਾਦੁਰੀ ਸੀ ਉਹ ਤੋਂ ਪ੍ਰੇਰਿਤ ਹੋ ਕੇ, ਡਿਸਪਲੇਡ ਬਾय ਕੈਪਟਨ ਬਤਰਾ ਨੇ ਜੋ ਹੈ ਬਹਾਦੁਰੀ ਦਿਖਾਈ, ਉਹ ਤੋਂ ਪ੍ਰੇਰਿਤ ਹੋ ਕੇ, ਦੀ ਅਦਰ ਸੋਲਜਰਸ, ਜਿਹੜੇ ਦੂਜੇ ਫੌਜੀ ਸੀਗੇ, ਆਫ 13 J&K ਰਾਈਫਲਸ, ਜੰਮੂ ਐਂਡ ਕਸ਼ਮੀਰ ਰਾਈਫਲ 13 ਦੇ ਜਿਹੜੇ ਹੋਰ ਫੌਜੀ ਸੀਗੇ, ਚਾਰਜ ਦੀ ਐਨੀਮੀ ਪੋਜੀਸ਼ਨ, ਚਾਰਜ ਮੈਨੇ ਹੱਲਾ ਬੋਲਿਆ, ਆਰਮੀ ਦੀ, ਐਨੀਮੀ ਦੀ, ਦੁਸ਼ਮਣ ਦੀ ਜਿਹੜੀ ਪੋਜੀਸ਼ਨ ਸੀ ਜਿੱਥੇ ਦੁਸ਼ਮਣ ਸੀਗੇ ਉਹਨਾਂ ਤੇ ਹੱਲਾ ਬੋਲਿਆ, ਐਂਡ ਕੈਪਚਰਡ, ਅਤੇ ਕਬਜ਼ੇ 'ਚ ਲੈ ਲਿਆ .5140, ਜਿਹਦੇ ਲਈ ਆਏ ਸੀਗੇ ਉਸ ਚੋਟੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ, ਕੈਪਚਰ ਕਰ ਲਿਆ। ਐਟ 3:30 AM, ਸਵੇਰੇ ਤੜਕੇ 3:30 ਤੇ 3:30 ਵਜੇ, ਔਨ 20 ਜੂਨ 1999, 20 ਜੂਨ 1999 ਨੂੰ। ਹਿਸ ਕੰਪਨੀ ਇਜ਼ ਕ੍ਰੈਡੀਟਿਡ ਵਿਦ ਕਿਲਿੰਗ ਐਟ ਲੀਸਟ 8 ਪਾਕਿਸਤਾਨੀ ਸੋਲਜਰਸ। ਹਿਸ ਕੰਪਨੀ ਮੈਨੇ ਉਹਦੀ ਟੁਕੜੀ, ਇਜ਼ ਕ੍ਰੈਡੀਟਿਡ ਵਿਦ ਮੈਨੇ ਉਹਨੂੰ ਸਿਹਰਾ ਜਾਂਦਾ ਹੈ, ਕਾਹਦਾ ਸਿਹਰਾ ਜਾਂਦਾ? ਕਿਲਿੰਗ ਐਟ ਲੀਸਟ 8 ਪਾਕਿਸਤਾਨੀ ਸੋਲਜਰਸ, ਘੱਟ ਤੋਂ ਘੱਟ 8 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਉਸ ਦੀ ਟੁਕੜੀ ਨੂੰ ਸਿਹਰਾ ਜਾਂਦਾ ਹੈ। ਇਜ਼ ਕ੍ਰੈਡੀਟਿਡ ਵਿਦ, ਉਹਨੂੰ ਸਿਹਰਾ ਜਾਂਦਾ ਹੈ, ਉਹਨੂੰ ਇਹ ਮਾਣ ਪ੍ਰਾਪਤ ਹੈ। ਐਂਡ ਰਿਕਵਰਿੰਗ ਆ ਹੈਵੀ ਮਸ਼ੀਨ ਗਨ, ਤੇ ਨਾਲ ਇੱਕ ਮਸ਼ੀਨ ਹੈਵੀ ਗਨ ਜਿਹੜੀ ਪਾਕਿਸਤਾਨੀਆਂ ਦੀ ਸੀ ਉਹਨੂੰ ਰਿਕਵਰ ਕਰਨ 'ਚ, ਅਰਥਾਤ ਉਹਨੂੰ ਆਪਣੇ ਕਬਜ਼ੇ 'ਚ ਲੈਣ ਵਾਸਤੇ, ਇਹ ਸਿਹਰਾ ਉਹਨਾਂ 'ਤੇ ਜਾਂਦਾ ਹੈ। ਦੀ ਕੈਪਚਰ ਆਫ .5140 ਸੈਟ ਇਨ ਮੋਸ਼ਨ ਹੁੰਦਾ ਹੈ ਗੱਲ ਨੂੰ ਤੋੜ ਦੇਣਾ, ਗੱਲ ਨੂੰ ਹੱਲਾਸ਼ੇਰੀ ਦੇਣੀ ਜਾਂ ਸ਼ੁਰੂ ਕਰ ਦੇਣਾ, ਠੀਕ ਹੈ। ਦੀ ਕੈਪਚਰ ਆਫ .510 ਅਰਥਾਤ ਜਿਹੜੀ ਚੋਟੀ
.510 ਚੋਟੀ ਸੀਗੀ, ਉਹਦੇ ਕਬਜ਼ੇ ਨੇ ਸੈਟ ਇਨ ਮੋਸ਼ਨ ਸਟਾਰਟ ਕਰਤਾ। ਕੀ ਕਰਤਾ? ਅ ਸਟ੍ਰਿੰਗ ਬਣੇ ਲੜੀ ਆਫ ਸਕਸੈਸਿਸ, ਹੋਰ ਅੱਗੇ ਆਉਣ ਵਾਲੀਆਂ ਜਿਹੜੀਆਂ ਕਾਮਯਾਬੀਆਂ ਦੀ ਲੜੀ ਨੂੰ ਚਾਲੂ ਕਰ ਦਿੱਤਾ। ਅਰਥਾਤ ਜਿਹੜੇ 5140 ਕੈਪਚਰ ਹੋ ਗਈ, ਸਾਰਿਆਂ ਦਾ ਹੌਸਲਾ ਵੱਧ ਗਿਆ, ਉਹਨਾਂ ਨੂੰ ਚਾਅ ਚੜ ਗਿਆ, ਉਹਨਾਂ ਨੂੰ ਹੋਰ ਜੋਸ਼ ਆਇਆ ਤੇ ਉਹਦੇ ਨਾਲ ਝੜੀ ਲੱਗ ਗਈ ਹੋਰ ਕਾਮਯਾਬੀਆਂ ਦੀ। ਕਿਹੜੀ ਕਿਹੜੀ? ਸੱਚ ਐਜ਼ .5100, ਦੂਜਾ ਪੁਆਇੰਟ ਦੂਜੀ ਚੋਟੀ 5100 ਉਹ ਵੀ ਕੈਪਚਰ ਕਰ ਲਈ, ਫਿਰ .4700 ਇਹ ਵੀ ਕੈਪਚਰ ਕਰ ਲਈ, ਫਿਰ ਤੀਜੀ ਸੀਗੀ ਜੰਕਸ਼ਨ ਪੀਕ, ਜੰਕਸ਼ਨ ਪੀਕ ਨਾਮ ਹੈਗਾ, ਜੇ ਵੀ ਵੱਡਾ ਹੈ, ਪੀ ਵੀ ਵੱਡਾ ਹੈ, ਪ੍ਰੋਪਰ ਨਾਉਨ ਹੈ। ਐਂਡ 3 ਪਿੰਪਲਸ, ਇਹ 3 ਪਿੰਪਲਸ ਵੀ ਚੋਟੀ ਦਾ ਨਾਮ ਹੈਗਾ। 3 ਪਿੰਪਲਸ ਤਾਂ ਹੋਣਾ ਕਿ 3 ਨਿੱਕੀਆਂ ਨਿੱਕੀਆਂ ਚੋਟੀਆਂ ਨਾਲ ਜੁੜੀਆਂ ਹੋਈਆਂ ਹੋਣਗੀਆਂ, ਤਾਂ ਉਹਦਾ ਨਾਮ 3 ਪਿੰਪਲਸ ਹੋਏਗਾ ਮੇਰਾ ਖਿਆਲ। ਕਹਿੰਦੇ ਅਲੋਂਗ ਵਿਥ ਫੈਲੋ ਕੈਪਟਨ ਅਨੁਜ ਨਈਅਰ, ਤੇ ਨਾਲ ਉਹਨਾਂ ਦੇ ਇੱਕ ਹੋਰ ਸਾਥੀ ਕਪਤਾਨ ਹੋਰ ਸੀਗਾ ਜਿਹਦਾ ਨਾਮ ਅਨੁਜ ਨਈਅਰ ਸੀ। ਬੱਤਰਾ ਲੈਡ ਹਿਜ਼ ਮੈਨ ਟੂ ਵਿਕਟਰੀ, ਬੱਤਰਾ ਨੇ ਆਪਣੇ ਬੰਦਿਆਂ ਦੀ ਜਿੱਤ ਵੱਲ ਅਗਵਾਈ ਕੀਤੀ, ਅਰਥਾਤ ਆਪਣੇ ਬੰਦਿਆਂ ਨੂੰ ਜਿੱਤ ਵੱਲ ਲੈ ਕੇ ਗਿਆ। ਲੀਡ ਲੈਡ ਆਪਣੇ ਉਹਦੇ ਜਿੱਤ ਵੱਲ ਲੈ ਕੇ ਗਿਆ, ਵਿਕਟਰੀ ਮੈਨੇ ਜਿੱਤ, ਵਿਦ ਦੀ ਰੀਕੈਪਚਰ ਆਫ .4750 ਐਂਡ .4875, ਅਰਥਾਤ ਫਿਰ ਉਸ ਤੋਂ ਬਾਅਦ .4750 ਤੇ .487 ਨੂੰ ਕਬਜ਼ੇ 'ਚ ਲੈਣ ਦੇ ਨਾਲ ਨਾਲ ਉਹ ਆਪਣੇ ਸਾਥੀਆਂ ਨੂੰ ਜਿੱਤ ਵੱਲ ਲੈ ਕੇ ਗਿਆ। ਫਿਰ ਆ ਗਿਆ ਹੀ ਅਟੇਨਡ ਮਾਰਟੀਰਡਮ, ਮਾਰਟੀਰਡਮ ਦਾ ਮਤਲਬ ਹੁੰਦਾ ਹੈ ਸ਼ਹਾਦਤ, ਮਾਰਟੀਰ ਹੁੰਦਾ ਸ਼ਹੀਦ, ਮਾਰਟੀਰਡਮ ਦਾ ਮਤਲਬ ਸ਼ਹਾਦਤ। ਅਟੇਨਡ ਮੈਨੇ ਪ੍ਰਾਪਤ ਕੀਤੀ, ਹੀ ਅਟੇਨਡ ਮਾਰਟੀਰਡਮ, ਉਹਨੇ ਸ਼ਹਾਦਤ ਪ੍ਰਾਪਤ ਕੀਤੀ। ਵੈਨ ਹੀ ਟਰਾਈਡ ਟੂ ਰੈਸਕਿਊ ਐਨ ਇੰਜਰਡ ਆਫਿਸਰ, ਜਦੋਂ ਉਹਨੇ ਇਸ ਗੱਲ ਦਾ ਯਤਨ ਕੀਤਾ ਟੂ ਰੈਸਕਿਊ ਨੇ ਬਚਾਉਣ ਦਾ, ਐਨ ਇੰਜਰਡ ਅਫਸਰ, ਇੱਕ ਹੋਰ ਫੱਟੜ ਹੋਏ ਅਫਸਰ ਨੂੰ ਬਚਾਉਣ ਦਾ ਯਤਨ ਕਰਦੇ ਹੋਏ ਉਹਨੇ ਸ਼ਹਾਦਤ ਪ੍ਰਾਪਤ ਕੀਤੀ। ਡਿਊਰਿੰਗ ਐਨ ਐਨੀਮੀ ਕਾਊਂਟਰ ਅਟੈਕ, ਕਾਊਂਟਰ ਅਟੈਕ ਹੁੰਦਾ ਮੋੜਵਾਂ ਹਮਲਾ, ਅਗੇਂਸਟ .4875, ਅਰਥਾਤ ਜਿਹੜਾ 4875 ਪੁਆਇੰਟ ਕੈਪਟਨ ਬੱਤਰਾ ਤੇ ਉਹਦੇ ਸਾਥੀਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀਗਾ, ਉਹਨੂੰ ਛੁਡਾਉਣ ਲਈ ਮੁੜ ਕੇ ਫਿਰ ਜਦੋਂ ਐਨੀਮੀ ਕਾਊਂਟਰ ਅਟੈਕ ਹੋਇਆ, ਪਾਕਿਸਤਾਨੀਆਂ ਨੇ ਵੀ ਮੁੜ ਕੇ ਹਮਲਾ ਕੀਤਾ ਦੁਬਾਰਾ, ਤੇ ਉਸ ਦੌਰਾਨ ਜਿਹੜਾ ਇੱਕ ਅਫਸਰ ਫੱਟੜ ਹੋ ਗਿਆ ਸੀ ਉਹਨੂੰ ਬਚਾਉਂਦੇ ਹੋਏ ਕੈਪਟਨ ਬੱਤਰਾ ਸ਼ਹੀਦ ਹੋ ਗਿਆ। ਇਨ ਦੀ ਅਰਲੀ ਮਾਰਨਿੰਗ ਆਵਰਸ, ਇਹ ਕਦੋਂ ਹੋਇਆ? ਇਨ ਦੀ ਅਰਲੀ ਮਾਰਨਿੰਗ ਆਵਰਸ, ਅਰਥਾਤ ਸਵੇਰੇ ਤੜਕੇ ਦੇ ਸਮੇਂ ਆਫ 7 ਜੁਲਾਈ 1999, 7 ਜੁਲਾਈ 1999। ਹਿਜ਼ ਲਾਸਟ ਵਰਡਸ ਵਰ ਜੈ ਮਾਤਾ ਦੀ, ਉਹਦੇ ਅਖੀਰਲੇ ਸ਼ਬਦ ਸੀਗੇ ਜੈ ਮਾਤਾ ਦੀ। ਜਿੱਦਾਂ ਕਈ ਆਪਣੇ ਹਿੰਦੂ ਵੀਰ ਜਿਹੜੇ ਮਾਤਾ ਦੀ ਭਗਤੀ ਕਰਦੇ ਨੇ, ਵੈਸ਼ਨੋ ਦੇਵੀ ਦੀ, ਦੁਰਗਾ ਦੇਵੀ ਦੀ, ਤੇ ਉਹ ਫਿਰ ਬੋਲਦੇ ਨੇ ਜੈ ਮਾਤਾ ਦੀ, ਜੈ ਮਾਤਾ ਦੀ। ਸੋ ਉਹਦਾ ਜੋ ਧਾਰਮਿਕ ਵਿਸ਼ਵਾਸ ਸੀ ਉਹਦੇ ਹਿਸਾਬ ਦੇ ਨਾਲ ਉਹਨੇ ਫਿਰ ਆਖਰੀ ਜਿਹੜੇ ਉਹਦੇ ਸ਼ਬਦ ਸੀਗੇ ਮਰਨ ਤੋਂ ਪਹਿਲੇ ਉਹ ਸੀ ਜੈ ਮਾਤਾ ਦੀ। ਸੋ ਐਸੀ ਪਿਆਰੇ ਵਿਦਿਆਰਥੀਓ, ਲੈਟਸ ਨਾਟ ਫੋਰਗੇਟ ਦੀ ਮਾਰਟਿਰਸ। ਇਹਨੂੰ ਅਸੀਂ ਇਹ 'ਚ 5 ਸ਼ਹੀਦਾਂ ਦਾ, 5 ਸਾਡੇ ਜਿਹੜੀ ਭਾਰਤੀ ਸੈਨਾ ਹੈ ਉਹਦੇ 5 ਫੌਜੀਆਂ ਦਾ ਜ਼ਿਕਰ ਸੀਗਾ। ਹੋਰ ਵੀ ਬੜੇ ਸਾਰੇ ਪਰਮਵੀਰ ਚੱਕਰ ਨੇ, ਪਰ ਇਸ ਕਿਤਾਬ 'ਚ 5 ਸੀਗੇ। ਸੋ ਅਸੀਂ 5 ਦਾ 5 ਭਾਗਾਂ ਦੇ ਵਿੱਚ ਜ਼ਿਕਰ ਕੀਤਾ ਹੈ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।